ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ, ਮੇਰੇ ਨਾਲ ਮੇਰੇ ਸਹਿਯੋਗੀ ਸਿਮਰਨਜੋਤ ਸਿੰਘ ਮੱਕੜ। ਕੋਰੋਨਾ ਵਾਇਰਸ ਦੀ ਸ਼ੁਰੂਆਤ ਹੁੰਦੀ ਹੈ, ਸ਼ੁਰੂਆਤ ਅਜਿਹੀ ਹੋਈ ਕਿ ਖਤਮ ਕਦੋਂ ਹੋਣਾ ਹੈ ਹਾਲੇ ਤੱਕ ਪਤਾ ਨਹੀਂ ਚੱਲ ਰਿਹਾ, ਦਵਾਈ ਕਦੋਂ ਆਣੀ ਹੈ, ਠੀਕ ਕਿਸ ਤਰ੍ਹਾਂ ਹੋਣਾ ਹੈ। ਪਰ ਆਯੂਸ਼ ਮੰਤਰਾਲਾ ਗਾਈਡਲਾਈਨਸ ਜਾਰੀ ਕਰ ਦਿੰਦਾ ਹੈ ਕਿ ਇਮਿਊਨਿਟੀ ਨੂੰ ਸਟਰੋਂਗ ਕਰੋ। ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਗ੍ਰੀਨ ਜਿਹੜਾ ਹੈ ਆਮ ਲੋਕ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈ ਉਹਨਾਂ ਨੂੰ ਕਾੜਾ ਸੁਜੈਸਟ ਕੀਤਾ ਜਾਂਦਾ। ਪਰ ਇੱਕ ਨਵੀਂ ਰਿਪੋਰਟ ਹੈ ਮਾਰਾ ਵੱਲੋਂ, ਜਿਹੜੇ ਮਾਹਰ ਨੇ, ਜਿਹੜੇ ਡਾਕਟਰਸ ਨੇ, ਜਿਨ੍ਹਾਂ ਦੀ ਸਲਾਹ ਲੋਕ ਮੰਨਦੇ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਾੜੇ ਦਾ ਐਕਸੈਸ ਯੂਜ਼ ਹੈ ਉਹ ਨਵੀਆਂ ਬਿਮਾਰੀਆਂ, ਹੋਰ ਵੀ ਬਿਮਾਰੀਆਂ ਨੂੰ, ਤਕਲੀਫਾਂ ਨੂੰ ਸੱਦਾ ਦੇ ਸਕਦਾ ਹੈ। ਤਾਂ ਮਤਲਬ ਸਿਮਰਨਜੋਤ, ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਅੱਜ ਹਰ ਘਰ ਦੇ ਵਿੱਚ ਚਾਹ ਨੂੰ ਰਿਪਲੇਸ ਕਰ ਦਿੱਤਾ ਗਿਆ ਸੀ ਕਾੜੇ ਦੇ ਨਾਲ, ਤੇ ਹੁਣ ਉਹ ਕਾੜਾ ਵੀ ਜਿਹੜਾ ਹੈ ਸਿਹਤ ਦੇ ਲਈ ਕਿਤੇ ਨਾ ਕਿਤੇ ਹਾਨੀਕਾਰਕ ਦੱਸਿਆ ਜਾ ਰਿਹਾ, ਉਹਦਾ ਐਕਸੈਸ ਯੂਜ਼ ਹੈ। ਸੁਮਨ, ਜਿਹੜਾ ਜਹਾਜ਼ ਚੱਲਦਾ ਹੈ ਨਾ, ਉਹ ਜਾਂ ਤਾਂ ਪਾਇਲਟ ਚਲਾਉਂਦਾ ਹੈ, ਇੱਕ ਉਹਦੇ 'ਚ ਆਟੋ ਪਾਇਲਟ ਹੁੰਦਾ ਹੈ। ਜਦੋਂ ਕੋਈ ਪਾਇਲਟ ਨੇ ਚਾਹ ਚੂ ਪੀਣੀ ਹੈ ਜਾਂ ਹੋਰ ਉਹਦਾ ਧਿਆਨ ਥੋੜਾ ਜਿਹਾ ਥੱਕ ਗਿਆ ਤਾਂ ਉਹ ਆਟੋ ਪਾਇਲਟ ਤੇ ਕਰ ਦਿੰਦਾ, ਜਹਾਜ਼ ਉਵੇਂ ਤੁਰਿਆ ਜਾਂਦਾ ਹੈ। ਸਾਡੇ ਮੁਲਕ ਦੀ ਸਰਕਾਰ ਨਾ ਕਰੋਨਾ ਦੇ ਵਿੱਚ ਨਾ ਤਾਂ ਪਾਇਲਟ ਤੇ ਹੈ, ਨਾ ਆਟੋ ਪਾਇਲਟ ਤੇ ਹੈ। ਇਹ ਰੱਬ ਆਸਰੇ ਹੋ ਗਿਆ ਸਿਸਟਮ। ਕਰੋਨਾ ਨੇ ਨਾ ਸਾਰਿਆਂ ਦਾ, ਕਹਿ ਲਓ ਕਿ ਜਿਵੇਂ ਤੁਸੀਂ ਕਿਹਾ ਕਿ ਮਾਹਰਾਂ ਨੇ ਦੱਸਿਆ ਕਿ ਹੁਣ ਕਾੜੇ ਦੀ ਐਕਸੈਸਿਵ ਵਰਤੋਂ ਨਾ ਕਰੋ। ਇਹ ਉਹੀ ਮਾਹਰ ਨੇ ਜਿਹੜੇ ਕਹਿ ਰਹੇ ਸੀ ਕਾੜੇ ਜਿੱਦਣ ਮਾਹਰਾਂ ਨੇ, ਬਿਲਕੁਲ ਜਿੱਦਣ ਮਾਹਰਾਂ ਨੇ ਇਹ ਦੱਸਿਆ ਸੀ ਵੀ ਕਾੜਾ ਪੀ ਲਓ, ਔਰ ਮੰਤਰਾਲਾ, ਕਿਉਂਕਿ ਅਸੀਂ ਆਮ ਬਹੁਤ ਸਾਰਾ ਮੀਡੀਆ, ਸੋਸ਼ਲ ਮੀਡੀਆ ਭਰਿਆ ਪਿਆ, ਕਦੇ ਇਸ ਡਾਕਟਰ ਦੀ ਇੰਟਰਵਿਊ ਆ ਗਈ, ਕਦੇ ਉਹਦੀ ਹੋ ਗਈ, ਇਹ ਫਲਾਨੀ ਥਾਂ ਦਾ ਰਿਸਰਚ ਸਕਾਲਰ ਹੈ, ਇਹ ਡਾਕਟਰ ਹੈ। ਅਸੀਂ ਗੱਲ ਉਹਨਾਂ ਦੀ ਨਹੀਂ ਕਰ ਰਹੇ, ਅਸੀਂ ਤਾਂ ਸਰਕਾਰ ਦੇ ਜੋ ਨਕਸ਼ੇ ਕਦਮ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਜੇ ਸਰਕਾਰ ਇਹ ਕਹਿੰਦੀ ਹੈ ਕਿ ਪਹਿਲਾਂ ਤੁਹਾਨੂੰ ਕਿਹਾ ਕਾੜਾ ਪੀਓ, ਹੁਣ ਮੈਂ ਜਿਹੜਾ ਮਾਸਕ ਲਾਇਆ ਮੇਰੇ ਵੀ ਲੱਗਿਆ ਹੋਇਆ, ਇਹਦੀ ਵੀ ਇੱਕ ਐਗਜ਼ਾਮਪਲ ਦਿੰਨਾ। ਜਦੋਂ ਕਰੋਨਾ ਆਇਆ ਕਿਹਾ ਜੀ N95 ਮਾਸਕ ਲਾਓ, ਬਿਲਕੁਲ 5-6 ਮਹੀਨੇ 4 ਮਹੀਨੇ ਅਸੀਂ ਆ ਮਾਸਕ ਲਾਈ ਰੱਖਿਆ। ਮੈਂ ਵੀ ਇਹ ਲਿਆ ਸੀਗਾ, ਮਹਿੰਗਾ ਬਹੁਤ ਹੈ ਮਾਸਕ। ਤੇ ਜਦੋਂ 3-4 ਮਹੀਨਿਆਂ ਬਾਅਦ ਇੱਕ ਨਵਾਂ ਆ ਗਿਆ, ਇੱਕ ਦਿਨ ਤੁਹਾਡੇ ਯਾਦ ਹੋਣਾ ਕੇਂਦਰ ਸਰਕਾਰ ਦਾ, ਕਿ N95 ਮਾਸਕ ਜਿਹਦੇ ਚ ਆਹ ਮੋਰੀ ਲੱਗੀ ਹੈ ਇਹ ਤਾਂ ਸੇਫ ਨਹੀਂ ਹੈ ਜੀ। ਤਾਂ ਜਿਹੜੇ 4 ਮਹੀਨੇ ਜਿਹੜੇ ਲੋਕ ਵਰਤ ਗਏ, ਉਹ ਉਦੋਂ ਕੀ ਹੋਇਆ? ਸੋ ਇਹ ਮਾਰ ਕਿਹੜੇ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹਿੱਟ ਐਂਡ ਟਰਾਇਲ ਹੈ, ਇਹ ਮਾਰ ਨਹੀਂ ਹੈ। ਇਹ ਤਾਂ ਤੁਸੀਂ ਵੀ ਕਹਿ ਸਕਦੇ ਹੋ, ਆਮ ਇੱਕ ਬੰਦਾ ਜਿਹੜਾ ਹੈ ਉਹ ਵੀ ਕਹਿ ਸਕਦਾ, ਆਮ ਡਾਕਟਰ ਕਹਿ ਸਕਦਾ ਕਿ ਭਾਈ ਕਾੜਾ ਪੀ ਲਓ। ਜਦੋਂ ਸਾਰੇ ਕਾੜਾ ਪੀ ਲੈਣ, ਉਹਨੂੰ ਕੋਈ ਦਸਤ ਲੱਗ ਗਏ, ਜਾਂ ਉਹਨੂੰ ਕਬਜੀ ਹੋ ਗਈ, ਜਾਂ ਉਹਨੂੰ ਬਵਾਸੀਰ ਹੋ ਗਈ, ਜਾਂ ਉਹਨੂੰ ਪੇਟ ਦਾ ਅਲਸਰ ਹੋ ਗਿਆ, ਜਾਂ ਕੋਈ ਖੁਰਕ ਪੈ ਗਈ, ਤੇ ਫਿਰ ਜਦੋਂ ਉਹ ਦੁਬਾਰਾ ਜਾਊਗਾ ਡਾਕਟਰ ਸਾਹਿਬ, ਬਹੁਤ ਸਾਰੀ ਗਿਣਤੀ ਲੋਕ ਆ ਜਾਣ। ਕੋਈ ਕਵੇ ਜੀ ਮੈਂ ਤਾਂ ਜੀ, ਉਹ ਕਹਿੰਦਾ ਕੀ ਕਰਦੇ ਹੋ? ਕਹੇ ਜੀ ਕਾੜਾ ਬਹੁਤ ਪੀਤਾ ਅਸੀਂ। ਉਹ ਨਾ 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 ਨਾ, ਕਾੜਾ ਨਹੀਂ ਪੀਣਾ, ਕਾੜੇ ਨਾਲ ਤਾਂ ਇਹ ਬਿਮਾਰੀਆਂ ਫੈਲ ਰਹੀਆਂ। ਇਹ ਮਾਰ ਕਿਸ ਗੱਲ ਦੇ ਨੇ? ਫਿਰ ਹਨੇਰੇ 'ਚ ਤੀਰ ਚਲਾਏ ਜਾ ਰਹੇ ਨੇ। ਦੇਖੋ ਹਨੇਰੇ 'ਚ ਕੀ, ਇਹ ਤਾਂ ਚਾਨਣ 'ਚ ਵੀ ਚਲਾਈ ਜਾਂਦੇ ਆ, ਹਨੇਰੇ 'ਚ ਵੀ ਚਲਾਈ ਜਾਂਦੇ ਆ, ਹਨੇਰੀਆਂ ਹੀ ਚਲਾਈ ਜਾਂਦੇ ਆ। ਇਹ ਤੀਰ ਨਹੀਂ, ਇਹ ਤੋਪਾਂ ਚਲਾਈ ਜਾਂਦੇ ਆ। ਹੋ ਕੀ ਰਿਹਾ? ਮਾਹਰ ਉਹ ਹੁੰਦਾ ਜਿਹੜਾ ਇਹ ਦੱਸਦਾ ਕਿ ਦਰਅਸਲ ਤੁਸੀਂ ਆਹ ਚੀਜ਼ ਕਰਨੀ ਹੈ ਔਰ ਇੰਨੇ 'ਚ ਕਰਨੀ ਹੈ। ਦਵਾਈ ਤੇ ਲਿਖਿਆ ਹੁੰਦਾ, ਪ੍ਰਿਸਕ੍ਰਿਪਸ਼ਨ ਜਿਹੜੀ ਉੱਥੇ ਡਿਸਕ੍ਰਿਪਸ਼ਨ ਦੇ ਵਿੱਚ, ਕਿ ਭਾਈ ਇਹ 1 ਜਾਂ 2 ਗੋਲੀਆਂ ਲੈਣੀਆਂ, ਉਹ ਵੀ ਆਪਦੀ ਡਾਕਟਰ ਨੂੰ ਪੁੱਛ ਕੇ ਲੈਣੀਆਂ, ਜਿੰਨੀਆਂ ਉਹ ਕਹੂਗਾ। ਡਾਕਟਰ ਸਾਨੂੰ ਦੱਸਦਾ ਹੈ ਵੀ ਤੂੰ ਇੰਨੀਆਂ ਗੋਲੀਆਂ ਲੈਣੀਆਂ, ਇਹ ਤੋਂ ਵੱਧ ਤੂੰ ਨਹੀਂ ਲੈਣੀ। ਕਈ ਵਾਰੀ ਅੱਧੀ ਵੀ ਦੱਸ ਦਿੰਦੇ ਹੋ, ਡੋਜ਼ ਜ਼ਿਆਦਾ ਹੋਵੇ ਵੀ ਅੱਧੀ ਲੈ ਲਓ। ਤਾਂ ਇਸੇ ਤਰ੍ਹਾਂ ਜਦੋਂ ਤੁਸੀਂ ਕਾੜਾ ਪੀਣ ਦੀਆਂ ਲੋਕਾਂ ਨੂੰ ਦੱਸਿਆ ਵੀ ਕਾੜਾ ਪੀਓ, ਉਦੋਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਵੀ ਜੇ ਜ਼ਿਆਦਾ ਪੀ ਲਿਆ ਤਾਂ ਤੁਹਾਨੂੰ ਬਿਮਾਰੀਆਂ ਹੋ ਜਾਣਗੀਆਂ। ਹੁਣ ਤੁਸੀਂ 6 ਮਹੀਨਿਆਂ ਬਾਅਦ ਆ ਕੇ ਲੋਕਾਂ ਨੂੰ ਦੱਸੀ ਜਾਂਦੇ ਹੋ ਜਿਹੜੀਆਂ ਤੁਹਾਨੂੰ ਬਿਮਾਰੀਆਂ ਹੋਈਆਂ, ਉਹਦਾ ਕਾਰਨ ਕਾੜਾ ਹੈ। ਉਹ ਵੀ ਉਦੋਂ ਜਦੋਂ ਪੇਟ ਦੇ ਅਲਸਰ ਦੇ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ, ਡਾਕਟਰਸ ਤੱਕ ਇਹ ਮਰੀਜ਼ ਪਹੁੰਚੇ ਕਿ ਅਸੀਂ ਜੀ ਕਾੜਾ ਪੀਤਾ ਇਹਨਾਂ 6 ਮਹੀਨਿਆਂ ਦੇ ਦੌਰਾਨ। ਉਦੋਂ ਇਹਨਾਂ ਮਾਹਰਾਂ ਨੂੰ ਯਾਦ ਆਇਆ ਕਿ ਹੁਣ ਇੱਕ ਨਵੀਂ ਰਿਪੋਰਟ ਜਾਰੀ ਕਰਨੀ ਚਾਹੀਦੀ ਹੈ, ਨਵੀਆਂ ਗਾਈਡਲਾਈਨਸ ਜਾਰੀ ਕਰਦੇ ਆ ਕਿ ਕਾੜਾ ਐਕਸੈਸ ਦੇ ਵਿੱਚ ਨਹੀਂ ਪੀਣਾ। ਖਾਸ ਤੌਰ ਤੇ ਜਿਹੜੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਨੇ ਜਾਂ ਜਿਹੜੇ ਹਾਰਟ ਪੇਸ਼ੈਂਟਸ ਨੇ, ਉਹਨਾਂ ਦੇ ਲਈ ਇਹ ਹਾਨੀਕਾਰਕ ਹੈ। ਕੀ ਇਹ ਪਹਿਲਾਂ ਨਹੀਂ ਪਤਾ ਸੀ? ਦੇਖੋ, ਇਹ ਡਰ ਹੀ ਇੰਨਾ ਬਣਾਤਾ ਸੀਗਾ ਕਿ ਲੋਕਾਂ ਨੇ 3-3 4-4 ਵਾਰੀ ਦਿਨ ਦੇ ਵਿੱਚ ਕਿ ਗਰਮ ਚੀਜ਼ਾਂ ਪੀਓ, ਗਰਮ ਪੀਓ। ਇਹ ਜਿਹੜੇ ਹਿੱਟ ਐਂਡ ਟਰਾਇਲ ਹੈ, ਤੁਹਾਡੇ ਯਾਦ ਹੋਣਾ ਜਦੋਂ ਮਾਰਚ ਮਹੀਨੇ 'ਚ ਕਰੋਨਾ ਨਵਾਂ ਇੰਡੀਆ ਆਇਆ ਸੀ, ਉਦੋਂ ਇਹ ਵੀ ਚਲਾਤਾ ਸੀਗਾ ਤੀਰ ਹਵਾ ਦੇ ਵਿੱਚ ਵੀ ਜਦੋਂ ਮੌਸਮ ਬਦਲੂਗਾ, ਗਰਮੀ ਆ ਜਾਊਗੀ, ਕਰੋਨਾ ਦਾ ਅਸਰ ਘਟ ਜਾਊਗਾ। ਤੇ ਇਹ ਤੀਰ ਛੱਡਣ ਤੋਂ ਪਹਿਲਾਂ ਇਹ ਤਾਂ ਸੋਚਿਆ ਨਹੀਂ ਵੀ ਇੰਡੀਆ ਦੇ ਵਿੱਚ ਜਿਹੜਾ ਸਾਊਥ ਹੈ ਸਾਡਾ, ਉੱਥੇ ਤਾਂ ਬਹੁਤੀ ਸਰਦੀ ਕਦੇ ਰਹਿੰਦੀ ਨਹੀਂ, ਉੱਥੇ ਤਾਂ ਮੌਸਮ ਇਹੋ ਜਿਹਾ ਸਾਰਾ ਸਾਲ ਹੀ ਰਹਿੰਦਾ। ਤੇ ਫਿਰ ਸਭ ਤੋਂ ਵੱਧ ਕੇਸ ਸ਼ੁਰੂ 'ਚ ਆਏ ਕਰਨਾਟਕਾ ਵਾਲੇ ਪਾਸੇ, ਤੇ ਉਦੋਂ ਇਹ ਚੀਜ਼ਾਂ ਸੋਚੀਆਂ ਨਹੀਂ ਗਈਆਂ। ਜੋ ਜੀ ਆਇਆ ਉਵੇਂ ਕਹਿ ਲਓ ਵੀ ਉਵੇਂ ਉਧਰ ਨੂੰ ਘੋੜੇ ਭਜਾਤੇ। ਜਿਵੇਂ ਦੀਆਂ ਸਟੇਟਮੈਂਟਸ ਜਾਰੀ ਹੋਈ ਗਈਆਂ, ਜੋ ਲੱਗਿਆ, ਜਿਵੇਂ ਅਮਰੀਕਾ ਨੇ ਸ਼ੁਰੂ ਡੋਨਾਲਡ ਟਰੰਪ ਨੇ ਇੱਕ ਦਵਾਈ ਜਿਹੜੀ ਸੀਗੀ ਇੰਡੀਆ ਤੋਂ ਮੰਗਾਈ,
ਬਹੁਤ ਵੱਡੀ ਗਿਣਤੀ 'ਚ ਦਵਾਈ ਮੰਗਾ ਕੇ ਰੱਖ ਲਈ। ਉੱਥੋਂ ਦੇ ਜਿਹੜੇ ਸਾਇੰਟਿਸਟ ਸੀਗੇ ਤੇ ਜਿਹੜੇ ਮੈਡੀਕਲ ਸਕਾਲਰ ਸੀ ਉਹਨਾਂ ਨੇ ਕਹਿਤਾ ਅਸੀਂ ਨਹੀਂ ਇਹ ਵਰਤਣੀ ਜੀ। ਉਹ 에ਅਰਪੋਰਟਾਂ ਤੇ ਪਈ ਰਹਿ ਗਈ ਸੀ ਦਵਾਈ, ਯਾਦ ਕਰੋ, ਕਿਉਂਕਿ ਉਹਨਾਂ ਨੇ ਕਿਹਾ ਇਹ ਸਾਡੇ ਕੰਮ ਦੀ ਨਹੀਂ ਹੈ। ਔਰ ਉਹਨੂੰ ਕਹਿੰਦੇ ਦੂਰਦ੍ਰਿਸ਼ਟੀ ਦੀ ਥਾਟ। ਹਾਲਾਂਕਿ ਉੱਥੇ ਵੀ ਕੇਸਸ ਬਹੁਤ ਆਏ, ਦੁਨੀਆ 'ਚ ਸਭ ਤੋਂ ਵੱਧ ਕੇਸਸ ਤੇ ਮੌਤਾਂ ਉੱਥੇ ਹੁੰਦੀਆਂ, ਪਰ ਘੱਟੋ ਘੱਟ ਉਹਨਾਂ ਦਾ ਸਟੈਂਡ ਤਾਂ ਸੀਗਾ ਨਾ, ਕਿਆ ਸਟੈਂਡ ਹੈ ਸਾਡਾ ਵੀ ਅਸੀਂ ਇਹ ਦਵਾਈ ਨਹੀਂ ਵਰਤਣੀ। ਇੱਥੇ ਕੀ ਹੋ ਰਿਹਾ, ਜਿਵੇਂ ਤੁਸੀਂ ਕਹਿ ਰਹੇ ਹੋ ਕਾੜੇ ਦੀ ਗੱਲ ਆ ਗਈ, ਮਾਸਕ ਦੀ ਗੱਲ ਆ ਗਈ, ਮੌਸਮ ਦੀ ਗੱਲ ਆ ਗਈ, ਫਿਰ ਅਜੇ ਇਹ ਨਹੀਂ ਕਲੈਰਿਟੀ ਹੋਈ ਕਿ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ PGI ਤੋਂ ਵੀ ਰਿਪੋਰਟਾਂ ਆਈਆਂ ਕਿ ਅਸੀਂ ਟਰਾਈ ਕਰ ਰਹੇ ਹਾਂ ਕਿ ਜਿਹੜਾ ਪਲਾਜ਼ਮਾ ਥੈਰੇਪੀ ਦੇ ਨਾਲ ਅਸੀਂ ਬੰਦੇ ਠੀਕ ਕਰ ਲਾਂਗੇ। ਅੱਜ ਤੱਕ ਉਹਦੀ ਪੂਰੇ ਇੰਡੀਆ ਦੇ ਵਿੱਚ ਕਿਸੇ ਦੀ ਕੋਈ ਅਧਿਕਾਰਕ ਤੌਰ ਤੇ ਕਲੈਰਿਟੀ ਨਹੀਂ ਦਿੱਤੀ ਵੀ ਉਹਦੇ ਨਾਲ ਬੰਦੇ ਠੀਕ ਹੋਏ ਜਾਂ ਨਹੀਂ ਹੋਏ। ਜੇ ਹੋਏ ਤਾਂ ਉਹ ਪੁਖਤਾ ਹੈ ਕਿ ਨਹੀਂ ਹੈ। ਹਰ ਰੋਜ਼ ਖਬਰਾਂ ਆ ਜਾਂਦੀਆਂ ਗੁੰਮਰਾਹ ਕਰਨ ਦੀਆਂ ਕਿ ਬਸ ਹੁਣ ਦਵਾਈ ਤਿਆਰ ਹੈ ਔਰ ਕੁਝ ਦਿਨਾਂ ਦੇ ਵਿੱਚ ਫਲਾਨੀ ਕੰਪਨੀ ਪੂਨੇ ਦੀ ਤਿਆਰ ਕਰ ਰਹੀ ਹੈ, ਪਰਮਿਸ਼ਨ ਲੈ ਲਈ ਗਈ ਹੈ। ਇੱਕ ਵਾਰ ਤਾਂ ਤੁਹਾਡੇ ਯਾਦ ਹੋਣਾ ਰਾਮਦੇਵ ਬਾਬਾ ਦੀ ਕੰਪਨੀ ਨੇ ਇੱਕ ਦਵਾਈ ਲਾਂਚ ਕਰਤੀ ਕਹਿ ਕੇ ਵੀ ਇਹ ਕਰੋਨਾ ਦੀ ਦਵਾਈ ਹੈ। ਭਾਜੜਾ ਸਰਕਾਰ ਨੂੰ ਪੈ ਗਈਆਂ, ਤਰਥੱਲੀ ਮੱਚ ਗਈ ਵੀ ਆ ਹੋ ਕੀ ਗਿਆ। ਬਾਅਦ ਚ ਪਤਾ ਲੱਗਿਆ ਕਿ ਉਹ ਖਾਂਸੀ ਮੈਂ ਕਹਿੰਦਾ ਉਸ ਤੋਂ ਬਾਅਦ ਖਬਰ ਵੀ ਦੱਸੋ ਮੈਨੂੰ ਕਿਤੇ ਲੱਗੀ ਹੋਵੇ ਤਾਂ। ਉਹਨੂੰ ਮੈਟਰ ਨੂੰ ਇੰਨਾ ਕੁ ਦਬਾ ਦਿੱਤਾ ਗਿਆ, ਬੁੱਲ ਸੀ ਤੇ ਚੰਗਾ ਸਟੈਪਲਰ ਲਿਆ ਕੇ ਸਾਰਿਆਂ ਦੇ ਵੀ ਹੁਣ ਬੋਲਿਓ ਨਾ ਇਹਦੇ ਬਾਰੇ, ਜਿਹੜਾ ਬਲੰਡਰ ਹੋ ਗਿਆ। ਸੋ ਕਲੈਰਿਟੀ ਨਹੀਂ ਹੈ, ਕਲੈਰਿਟੀ ਚਾਹੀਦੀ ਹੈ। ਲੋਕ ਇੰਨੇ 130 ਕਰੋੜ ਲੋਕ ਜਿਹੜੇ ਉਹ ਫੋਲੋ ਕਰ ਰਹੇ ਆ ਚੀਜ਼ਾਂ ਨੂੰ, ਰੋਜ਼ ਮੇਨ ਸਟ੍ਰੀਮ ਮੀਡੀਆ ਤੋਂ ਸੁਣ ਕੇ। ਜੇ ਕੋਈ ਕਹਿੰਦਾ ਕਾੜਾ ਪੀ ਲਓ, ਕਾੜਾ ਪੀ ਰਿਹਾ, ਜੇ ਕੋਈ ਕਹਿੰਦਾ ਫਲਾਨਾ ਮਾਸਕ ਲਾ ਲਓ, ਉਹ ਲਾ ਰਿਹਾ। ਲੋਕ ਤਾਂ ਕੋਆਪਰੇਟ ਕਰ ਰਹੇ, ਪਰ ਦੇਖੋ ਤੁਸੀਂ ਲੋਕਾਂ ਤੇ ਪੁੱਠਾ ਸਿੱਟਿਆ ਜਾ ਰਿਹਾ ਹੈ ਕਿ ਜੀ ਆ 4 ਥਾਂ ਪੱਥਰ ਮਾਰਤੇ ਗਈ ਟੀਮ ਨੂੰ, ਸਿਹਤ ਵਿਭਾਗ ਦੀ ਨੂੰ, ਜੋ ਕਿ ਗਲਤ ਹੈ, ਅਸੀਂ ਸਹੀ ਨਹੀਂ ਕਹਿ ਰਹੇ। ਪਰ ਉਹ ਕਿੰਨੇ ਕੁ ਇਨਸੀਡੈਂਟ ਪੂਰੇ ਮੁਲਕ 'ਚ ਹੋ ਰਹੇ ਆ? 130 ਕਰੋੜ ਦੀ ਆਬਾਦੀ 'ਚ ਕਿੰਨੇ ਐਸੇ ਇਨਸੀਡੈਂਟ ਪਿਛਲੇ 6 ਮਹੀਨਿਆਂ 'ਚ? ਪੈਨਿਕ ਤਾਂ ਤੁਸੀਂ ਖੁਦ ਕ੍ਰੀਏਟ ਕੀਤਾ ਹੈ। ਬਿਲਕੁਲ। ਔਰ ਫਿਰ ਤੁਸੀਂ ਲੋਕਾਂ ਤੋਂ ਐਕਸਪੈਕਟ ਕਰਦੇ ਹੋ ਕਿ ਜੋ ਹੋ ਰਿਹਾ ਇਹ ਆਪ ਮੁਹਾਰੇ ਚੱਲ ਰਿਹਾ, ਹੱਥ ਖੜੇ ਆ ਸਾਰਿਆਂ ਦੇ, ਸੂਬਾ ਸਰਕਾਰਾਂ ਦੇ ਵੀ, ਕੇਂਦਰ ਦੇ ਵੀ। ਇਹ ਜੋ ਹੋ ਰਿਹਾ ਨਾ ਉਸ ਦਾ ਨਤੀਜਾ ਕੀ ਨਿਕਲਦਾ? ਤੁਸੀਂ ਕਮੈਂਟਸ ਖੋਲੋ ਸਿਮਰਨਜੋਤ, ਲੋਕ ਕਹਿ ਰਹੇ ਨੇ ਕਿ ਇਦਾਂ ਤਾਂ ਫਿਰ ਅਸੀਂ ਇਹ ਵੀ ਕਵਾਂਗੇ ਕਰੋਨਾ ਹੈ ਹੀ ਨਹੀਂ। ਬਹੁਤ ਸਾਰੇ ਲੋਕ ਕਹਿ ਰਹੇ ਨੇ। ਇਹ ਤਾਂ ਚਲੋ ਇੱਕ ਕਮੈਂਟ ਨਹੀਂ ਅਸੀਂ ਦੇਖਾਂਗੇ, ਤੁਸੀਂ ਆਮ ਲੋਕਾਂ ਨੂੰ ਮਿਲਦੇ ਰਹਿੰਦੇ ਹੋ, ਬਹੁਤ ਸਾਰੇ ਲੋਕਾਂ ਦੇ ਨਾਲ ਇਹ ਵੀ ਇੱਕ ਭੰਬਲ ਭੂਸਾ ਪਾਤਾ। ਦੇਖੋ ਦੋ ਹਿੱਸਿਆਂ 'ਚ ਦੁਨੀਆ ਵੰਡਤੀ ਹੈ ਇਸ ਗੱਲ ਦੇ ਉੱਤੇ, ਖਾਸ ਤੌਰ ਤੇ ਸਾਡੇ ਦੇਸ਼ ਦੇ ਵਿੱਚ। ਇੱਕ ਹਿੱਸੇ ਨੂੰ ਇੰਨਾ ਪੱਕਾ ਕਰਤਾ ਇਸ ਗੱਲ ਤੇ ਕਿ ਕਰੋਨਾ ਹੈ ਹੀ ਨਹੀਂ ਹੈ। ਦੂਜਾ ਹਿੱਸਾ ਜਿਹੜਾ ਉਹ ਓਵਰ ਡਰਿਆ ਹੋਇਆ ਤਾਂ ਬੈਲੈਂਸ ਨਹੀਂ ਰਿਹਾ। ਇੱਕ ਪਾਸੇ ਲੋਕ ਬਹੁਤ ਬੇਫਿਕਰ ਹੋਏ ਫਿਰਦੇ ਨੇ ਕਿ ਕੁਝ ਨਹੀਂ ਹੈ, ਕੋਈ ਕਰੋਨਾ ਨਹੀਂ ਹੈ। ਇੱਕ ਪਾਸੇ ਮੇਰੇ ਯਾਦ ਹੈ ਜਦੋਂ ਨਵਾਂ ਲਾਕਡਾਊਨ ਦਾ ਪੀਰੀਅਡ ਸੀਗਾ, ਇੱਕ ਜਗ੍ਹਾ ਤੇ ਕਿਸਾਨ ਜਥੇਬੰਦੀ ਨੇ ਪ੍ਰੋਟੈਸਟ ਕੀਤਾ ਸੀ ਔਰ ਉਹਨਾਂ ਨੇ ਇਹ ਲੌਜਿਕਸ ਦਿੱਤੇ ਸੀ ਕਿ ਜਾਪਾਨ 올림픽 ਦੀ ਤਿਆਰੀ ਕਰ ਰਿਹਾ ਹੈ, ਚੀਨ ਦੇ ਵਿੱਚ ਹੁਣ ਕੁਝ ਵੀ ਨਹੀਂ ਹੈ, ਤਾਂ ਫੈਲਾ ਕਿਵੇਂ ਹੈ? ਦੇਖੋ ਇਹ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ WHO ਜੀ ਕੋਈ ਪੈਸਾ ਦਿੰਦਾ ਤੇ ਤਾਂ ਪੋਜ਼ਿਟਿਵ ਕੱਢੀ ਜਾਂਦੇ ਆ। ਜੇ ਐ ਹੁੰਦਾ ਫਿਰ ਤਾਂ ਸਭ ਤੋਂ ਵੱਧ ਲੋੜ ਪਾਕਿਸਤਾਨ ਵਰਗੇ ਮੁਲਕ ਨੂੰ ਸੀਗੀ ਜੋ ਇਕਨੋਮਿਕ ਤੌਰ ਤੇ ਜੂਝਦਾ ਆ ਰਿਹਾ। ਉਹ ਚਾਹੁੰਦੇ ਤਾਂ ਫਿਰ ਉਹ ਕੇਸ ਪੋਜ਼ਿਟਿਵ ਕੱਢੀ ਆਉਂਦੇ, ਪਰ ਉੱਥੇ ਤਾਂ 3 ਲੱਖ ਵੀ ਨਹੀਂ ਜੁੜਿਆ ਕੇਸ ਅਜੇ ਤਾਈਂ। ਔਰ ਅਸੀਂ ਜਿਹੜੇ ਸ਼ੁਰੂ 'ਚ ਮੀਡੀਆ ਸਾਰੀ ਦਿਹਾੜੀ ਇਹ ਦਿਖਾਈ ਜਾਂਦਾ ਸੀਗਾ ਕਿ ਅਫਗਾਨਿਸਤਾਨ ਵਾਲੇ ਬਾਰਡਰ ਤੇ ਪਾਕਿਸਤਾਨ 'ਚ ਬੰਦੇ ਆ ਗਏ, ਛੱਡਤੇ, ਕਰਤੇ, ਉਹ ਸਿਨੈਰੀਓ ਕਿੱਥੇ ਗਿਆ? ਹੁਣ ਕੰਪੇਅਰ ਕਰਕੇ ਦੇਖੋ ਤੁਸੀਂ, ਹੁਣ ਮੌਤਾਂ ਦੀ ਗਿਣਤੀ ਉੱਥੇ ਤਾਂ 6000 ਬੰਦਾ ਮਰਿਆ, ਹੁਣ ਉੱਥੋਂ ਦੇ ਟੋਟਲ ਕੇਸਾਂ ਨਾਲ ਕੰਪੇਅਰ ਕਰ ਲਓ। ਹੁਣ ਉਹ ਗੱਲ ਨਹੀਂ ਕਰੂਗਾ ਕੋਈ ਵੀ। ਤਾਂ ਵੱਡਾ ਸਵਾਲ ਇਹ ਹੈ ਕਿ ਇਹ ਦੇਖੋ ਸਰਕਾਰ ਕੀ ਹੋਈ ਫਿਰ ਜੇ ਇਹ ਭੀੜ ਹੁੰਦੀ ਹੈ ਜਿਹੜੀ ਕੋਈ ਇੱਧਰ ਨੂੰ ਤੁਰਿਆ ਜਾਂਦਾ, ਕੋਈ ਇੱਧਰ, ਹਾਂ ਜਿਵੇਂ ਮੇਲੇ ਤੇ ਗਏ ਤੇ ਕੋਈ ਇੱਧਰੋਂ ਵੱਜਿਆ, ਉਧਰੋਂ ਵੱਜਿਆ, ਮੋਢਾ ਵੱਜਿਆ, ਮਗਰੋਂ ਆ ਕੇ ਬੰਦਾ ਵੱਜਿਆ, ਕਿਸੇ ਦੇ ਚੁੰਡੀ ਵੱਢੀ ਗਈ, ਕਿਸੇ ਦੇ ਥੱਪੜ ਵੱਜ ਗਿਆ। ਇਹ ਸਰਕਾਰ ਦਾ ਸਿਸਟਮ ਉਵੇਂ ਚੱਲ ਰਿਹਾ। ਸਰਕਾਰ ਦਾ ਮਤਲਬ ਤਾਂ ਇਹ ਸੀ ਕਿ ਇੱਕ ਲਾਈਨ ਦੇ ਵਿੱਚ ਆ ਕੇ ਸਟ੍ਰੇਟ ਫਾਰਵਰਡਲੀ ਲੋਕਾਂ ਨੂੰ ਰਾਈਟ ਦਿਸ਼ਾ ਦਿੰਦੀ ਔਰ ਦੱਸਦੀ ਇਹ ਭੰਬਲ ਭੂਸਾ ਪਿਆ ਹੀ ਕਿਉਂ ਮੁਲਕ ਦੇ ਵਿੱਚ ਵੀ ਕਰੋਨਾ ਹੈ ਜਾਂ ਨਹੀਂ ਹੈ। ਔਰ ਲੋਕਾਂ ਦਾ ਵਿਸ਼ਵਾਸ ਉੱਠਿਆ, ਜਿਸ ਤਰ੍ਹਾਂ ਦੇ ਹਾਲਾਤ ਬਣੇ, ਜੋ ਕਾਰਗੁਜ਼ਾਰੀਆਂ ਹਸਪਤਾਲਾਂ ਦੇ ਵਿੱਚ ਸੁਮਨ ਹੋਈਆਂ, ਜਿਸ ਤਰ੍ਹਾਂ ਦੇ ਲੋਕ, ਇੱਕ ਡਾਕਟਰ ਦੀ ਖਬਰ ਆ ਜਾਂਦੀ ਹੈ ਵੀ ਉਹਨੇ ਤਾਂ ਕੱਢ ਕੇ ਲੋਕਾਂ ਦੇ ਅੰਗ ਵੇਚਤੇ। ਬਿਲਕੁਲ। ਔਰ ਇਹ ਕਿਹਾ ਗਿਆ ਕਿ ਮਰੀਜ਼ ਦੀ ਸ਼ਕਲ ਨਹੀਂ ਦਿਖਾਈ ਜਾਂਦੀ, ਔਰ ਸ਼ਕਲ ਨਹੀਂ ਦਿਖਾਈ ਜਾਂਦੀ, ਸੰਸਕਾਰ ਵੀ ਵਿਭਾਗ ਕਰਦਾ, ਤਾਂ ਇਹਦੇ ਤਹਿਤ ਸਕੈਮ ਹੋਇਆ। ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਲੈਬ ਦਾ ਸਕੈਮ ਹੋ ਜਾਂਦਾ, ਜਿਹੜੇ ਪੋਜ਼ਿਟਿਵ ਕੱਢ ਕੇ ਲੋਕਾਂ ਨੂੰ ਠੱਗੀ ਜਾਂਦੇ ਆ। ਤਾਂ ਇਸ ਪੂਰੇ ਸਿਸਟਮ ਦੇ ਤਹਿਤ ਇੱਕ ਫੇਲੀਅਰ ਹੈ ਔਰ ਇਸ ਫੇਲੀਅਰ ਨੂੰ ਤੁਸੀਂ ਇਹਨੂੰ ਲੁਕੋ ਨਹੀਂ ਸਕਦੇ। ਤਾਂ ਇਹ ਲੋਕਾਂ ਨੂੰ ਸਾਡੀ ਹੁਣ ਇਹ ਬੇਨਤੀ ਹੈ
ਕਿ ਪਹਿਲਾਂ ਜਦੋਂ ਕਿਹਾ ਗਿਆ ਵੀ ਕਾੜਾ ਪੀਓ ਤਾਂ ਅਸੀਂ ਵੀ ਤੁਹਾਨੂੰ ਕਿਹਾ ਵੀ ਕਾੜਾ ਪੀਓ। ਹੁਣ ਉਹਨਾਂ ਨੇ ਕਿਹਾ ਵੀ ਕਾੜਾ ਘੱਟ ਪੀਓ, ਇਹ ਨਹੀਂ ਹੈ ਵੀ ਨਾ ਪੀਓ। ਗਰਮੀ ਦਾ ਮੌਸਮ ਹੈ, ਹਾਂ, ਕਿਉਂਕਿ ਜੂਨ ਜੁਲਾਈ ਦੇ ਮਹੀਨੇ ਚ ਆਮ ਹੀ ਲੋਕ ਆਂਡਾ ਖਾਂਦੇ ਸੀ ਨਾ ਘਰ ਦੇ ਵਿੱਚ, ਸਿਆਣੀਆਂ ਬੁੜੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਉਹ ਆਪਦੇ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਨੂੰ ਰੋਕ ਦਿੰਦੀਆਂ ਸੀ ਵੀ ਗਰਮੀ ਆ, ਆਂਡੇ ਘੱਟ ਖਾਓ। ਤਾਂ ਉਹ ਦੇਸੀ ਤਰੀਕੇ ਹੁੰਦੇ ਸੀ ਵੀ ਆ ਫਲਾਨੀ ਚੀਜ਼ ਗਰਮ ਹੈ, ਸੂਪ ਪੀਣਾ ਵੀ ਕਰੋਨਾ ਨਾ ਹੋ ਜੇ। ਉਹ ਕਰੋਨਾ ਤੋਂ ਤਾਂ ਤੁਸੀਂ ਬਚ ਗਏ ਸ਼ਾਇਦ, ਤੇ ਜਿਹੜਾ ਕਿਸੇ ਨੂੰ ਕੋਈ ਬਵਾਸੀਰ ਹੋ ਗਈ, ਕਿਸੇ ਨੂੰ ਪੇਟ ਦਾ ਅਲਸਰ ਹੋ ਗਿਆ, ਤਾਂ ਪੀਓ ਪਰ ਘੱਟ ਪੀਓ, ਬਿਲਕੁਲ ਇੱਕ ਲਿਮਿਟ ਦੇ ਵਿੱਚ। ਕਿਉਂਕਿ ਮੰਤਰਾਲਾ ਇਹ ਨਹੀਂ ਕਹਿ ਰਿਹਾ ਕਿ ਕਾੜਾ ਬਿਲਕੁਲ ਨਾ ਪੀਓ, ਮੰਤਰਾਲਾ ਇਹ ਕਹਿ ਰਿਹਾ ਕਿ ਜਿਹੜੇ ਲੋਕ ਕਾੜੇ ਦਾ ਸੇਵਨ ਜ਼ਿਆਦਾ ਕਰ ਰਹੇ ਨੇ ਤਾਂ ਉਹਨਾਂ ਦੀ ਗਿਣਤੀ ਜਿਹੜੀ ਆ ਉਹਨਾਂ ਮਰੀਜ਼ਾਂ ਦੇ ਵਿੱਚ ਆ ਰਹੀ ਹੈ ਜਿਹੜੇ ਕਿ ਜਿਸ ਤਰ੍ਹਾਂ ਪੇਟ ਦਾ ਅਲਸਰ ਹੋ ਗਿਆ, ਬਵਾਸੀਰ ਹੋ ਗਈ, ਇਹ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਕਿਉਂਕਿ ਇਹ ਇੰਨਾ ਕੁ ਜ਼ਿਆਦਾ ਡਰ ਗਏ ਨੇ ਲੋਕ, ਇੰਨਾ ਕੁ ਜ਼ਿਆਦਾ ਪੈਨਿਕ ਹੋ ਚੁੱਕੇ ਨੇ ਲੋਕ ਕਿ ਕਾੜੇ ਨੂੰ ਪਾਣੀ ਵਾਂਗ ਪੀਤਾ ਜਾ ਰਿਹਾ। ਪਰ ਇਸ ਦਾ ਸੇਵਨ ਜਿਹੜਾ ਹੈ ਉਹ ਘੱਟ ਕੀਤਾ ਜਾਏ, ਇੱਕ ਲਿਮਿਟ ਦੇ ਵਿੱਚ ਕੀਤਾ ਜਾਏ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਡਾਇਬੀਟਿਕ ਨੇ, ਜਿਹੜੇ ਦਿਲ ਦੇ ਰੋਗੀ ਨੇ, ਜਿਹੜੇ ਐਸਥਮੈਟਿਕ ਨੇ, ਜੇਕਰ ਉਹਨਾਂ ਦੀ ਕੋਈ ਦਵਾਈ ਚੱਲ ਰਹੀ ਹੈ ਤਾਂ ਉਹ ਦਵਾਈ ਨਾ ਛੱਡਣ ਇਸ ਪੈਂਡੈਮਿਕ ਦੇ ਦੌਰਾਨ, ਯਾਨੀ ਕਿ ਇਸ ਮਹਾਮਾਰੀ ਦੇ ਦੌਰਾਨ, ਕਿਉਂਕਿ ਸਭ ਤੋਂ ਜ਼ਿਆਦਾ ਡਰ ਜਿਹੜਾ ਇਹਨਾਂ ਮਰੀਜ਼ਾਂ ਨੂੰ ਹੀ ਰਹਿੰਦਾ। ਹੁਣ ਅਸੀਂ ਇਹ ਨਹੀਂ ਜਾਣਦੇ ਸਿਮਰਨਜੋਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਟੇਟਮੈਂਟ, ਇਹ ਵਰਡਸ ਤੇ ਰਹਿਣਗੇ ਕਿ ਇੱਥੋਂ ਵੀ ਮੁਕਰ ਲਿਆ ਜਾਏਗਾ। ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ, ਨਾ ਇਹ ਪਾਇਲਟ ਤੇ ਨੇ ਨਾ ਆਟੋ ਪਾਇਲਟ ਤੇ ਨੇ, ਇਹ ਰੱਬ ਦੇ ਆਸਰੇ ਨੇ। ਮਾਹਰ ਤਾਂ ਉਹ ਹੁੰਦਾ ਜਿਹੜਾ ਤੁਹਾਨੂੰ ਪਹਿਲਾਂ ਦੱਸ ਦੇ ਵੀ ਆਹ ਚੀਜ਼ ਕਰਨੀ ਆ, ਨਹੀਂ ਕਰਨੀ, ਇਹਦੇ ਨਾਲ ਆਹ ਹੋ ਸਕਦਾ ਹੈ। ਤੇ ਫਿਰ ਜੇ ਇਹੀ ਕਰਨਾ ਹੈ ਵੀ ਪੀ ਲਓ, ਬਾਅਦ ਚ ਬਿਮਾਰ ਹੋ ਕੇ ਕਹਿ ਦੋ ਨਾ ਪੀਓ, ਜਾਂ ਮਾਸਕ ਲਾ ਲਓ ਤੇ 4 ਮਹੀਨਿਆਂ ਬਾਅਦ ਕਹਿ ਦੋ ਆ ਮਾਸਕ ਨਾ ਲਾਓ, ਫਿਰ ਇਹ ਤਾਂ ਤੁਸੀਂ ਵੀ ਕਰ ਸਕਦੇ ਹੋ, ਮੈਂ ਵੀ ਕਰ ਸਕਦਾ, ਇੱਕ ਕੋਈ ਵੀ ਬੰਦਾ ਸਾਡਾ, ਮੈਂ ਕਹਿੰਦਾ ਜੀ ਸਾਰੇ ਮਾਹਰ ਕੀ, ਸਾਰੇ ਉਸ ਤੋਂ ਵੀ ਉੱਤੇ ਦੇ ਲੋਕ ਨੇ। ਫਿਰ ਤਾਂ ਸਾਰੇ ਆਪਾਂ ਹਿੱਟ ਐਂਡ ਟ੍ਰਾਇਲ ਕਰੀ ਜਾਈਏ ਤੇ ਕਰੋਨਾ ਹੋਵੇ ਨਾ ਹੋਵੇ ਇਸ ਤਰ੍ਹਾਂ ਚੱਲੀ ਜਾਣਾ। ਦੇਖੋ ਇਹ ਫੇਲੀਅਰਸ ਨੇ, ਔਰ ਇਹਨਾਂ ਫੇਲੀਅਰਸ ਨੂੰ ਲੁਕਾਉਣ ਪਿੱਛੇ ਤੁਸੀਂ ਦੇਖੋ ਕਿ ਕਿਤੇ ਕਿਸੇ ਦੀ ਮੌਤ ਦੀਆਂ ਖਬਰਾਂ ਚੱਲ ਰਹੀਆਂ, ਕਿਤੇ ਕਿਸੇ ਦੇ ਮਗਰ ਕਾਰ ਦੇ ਮਗਰ ਕਾਰਾਂ ਲਾ ਕੇ 8-8 ਘੰਟੇ ਦੇ ਲਾਈਵ ਦਿਖਾਏ ਜਾ ਰਹੇ ਆ। ਕੋਈ ਇਹ ਸਵਾਲ ਨਹੀਂ ਕਰ ਰਿਹਾ ਕਿ ਇਸ ਗੱਲ ਦਾ ਜਵਾਬ ਦੇਵੇ। ਅੱਜ ਇੱਥੇ ਬੈਠ ਕੇ ਅਸੀਂ ਇਹ ਸਵਾਲ ਸ਼ਰੇਆਮ ਕਰ ਰਹੇ ਹਾਂ ਕਿ ਮਾਹਰ ਦਾ ਮਤਲਬ ਕੀ ਹੁੰਦਾ ਹੈ। ਮਾਹਰ ਪਹਿਲਾਂ ਕਿਉਂ ਨਹੀਂ ਦੱਸ ਸਕਿਆ ਵੀ ਇਹ ਕਰਨਾ ਹੈ ਤੇ ਨਹੀਂ ਕਰਨਾ? ਜਿਹੜੇ ਬਿਮਾਰ ਹੋ ਗਏ ਇੰਨੇ ਹਜ਼ਾਰਾਂ ਲੋਕ, ਉਹਨਾਂ ਦੀ ਜ਼ਿੰਮੇਵਾਰੀ ਕੌਣ ਲੈਂਦਾ? ਜਾਂ ਤਾਂ ਫਿਰ ਇੱਕ ਸਟੇਟਮੈਂਟ ਮੰਤਰਾਲਾ ਇਹ ਜਾਰੀ ਕਰਦਾ ਵੀ ਇੰਨੇ ਲੋਕ ਬਿਮਾਰ ਹੋਏ ਨੇ, ਸਾਡਾ ਨਵਾਂ ਅਧਿਐਨ ਆਇਆ ਔਰ ਨਵੀਂ ਰਿਪੋਰਟ ਕਹਿੰਦੀ ਵੀ ਇੰਨੇ % ਲੋਕ ਬਿਮਾਰ ਨੇ, ਅਸੀਂ ਤੁਹਾਨੂੰ ਫਲਾਨੀ ਤਰੀਕ ਨੂੰ ਕਿਹਾ ਸੀ ਵੀ ਕਾੜਾ ਪੀਓ, ਅਸੀਂ ਇਹ ਮੰਨਦੇ ਹਾਂ ਵੀ ਸਾਡੇ ਕਹੇ ਤੇ ਤੁਸੀਂ ਕਾੜਾ ਪੀ ਲਿਆ, ਇਸ ਬਿਮਾਰੀ ਦੇ ਜ਼ਿੰਮੇਦਾਰ ਅਸੀਂ ਆ, ਤੁਹਾਡਾ ਸਾਰਾ ਖਰਚਾ ਵੀ ਅਸੀਂ ਚੱਕਾਂਗੇ। ਤੁਹਾਡਾ ਸਿਹਤ ਅਮਲਾ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਕੀ ਫਸੇ ਸਭ ਤੋਂ ਵੱਧ ਉਹ ਲੋਕ ਨੇ ਜੋ ਮੈਡੀਕਲ ਲਾਈਨ 'ਚ ਕੰਮ ਕਰ ਰਹੇ ਆ। ਉਹ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ, ਦਿਨ ਰਾਤ ਲੱਗੇ ਨੇ ਉਹ ਲੋਕ। ਪਰ ਸਹੂਲਤਾਂ ਦੇ ਨਾਂ ਤੇ ਕੋਝਾ ਮਜ਼ਾਕ ਹੈ ਜੋ ਹੋਇਆ, ਔਰ ਪੂਰੇ ਮੁਲਕ ਦੀ ਤਕਰੀਬਨ ਹਰੇਕ ਸਟੇਟ ਦੀ, ਹੁਣ ਚਾਹੇ ਜਿਹੜੀਆਂ PR ਦੇ ਨਾਂ ਤੇ ਸੂਬਾ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਸੀ, ਇਹ ਕੀਤਾ ਸੀ ਉਹ ਕੀਤਾ, ਤਕਰੀਬਨ ਹਰੇਕ ਸਟੇਟ ਦੀ ਇਹੋ ਜਿਹੇ ਹਾਲਾਤ ਨੇ। ਵੱਸੋਂ ਬਾਹਰ ਹੈ ਗੱਲਾਂ, ਬੈੱਡਸ ਨਹੀਂ ਸੀਗੇ ਇੰਨੇ ਲੋਕ। ਪਹਿਲਾਂ ਤਾਂ ਤੁਸੀਂ ਯਾਦ ਕਰੋ, ਜਿਸ ਏਰੀਆ 'ਚ ਪੋਜ਼ਿਟਿਵ ਬੰਦਾ ਆ ਜਾਂਦਾ ਸੀ ਪੂਰਾ ਇਲਾਕਾ ਕੰਟੋਨਮੈਂਟ ਜ਼ੋਨ ਬਣ ਜਾਂਦਾ ਸੀ, ਔਰ ਹੁਣ ਗਵਾਂਢ ਦੇ ਵਿੱਚ ਤੁਹਾਡੇ